ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ। ਪਰਮ ਸਨਮਾਨਯੋਗ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਔਰ ਆਪ ਸੰਗਤ ਦੀਆਂ ਅਸੀਸਾਂ ਦੇ ਸਦਕਾ ਰੋਜ਼ਾਨਾ ਹੀ ਲੜੀਵਾਰ ਸ਼ਬਦ ਵਿਚਾਰਧਾਰਾ ਨਾਲ ਜੁੜਦੇ ਹਾਂ, ਜਿਸ ਵਿੱਚੋਂ ਸਤਿਕਾਰਯੋਗ ਧੰਨ ਧੰਨ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਲੜੀ ਦੇ ਤਹਿਤ ਚੱਲ ਰਹੇ ਸ਼ਬਦਾਂ ਦੇ ਵਿੱਚੋਂ ਅੱਜ ਟੋਡੀ ਰਾਗ ਦੇ ਵਿੱਚ ਉਚਾਰਿਆ ਹੋਇਆ ਪਾਵਨ ਬਚਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 718 ਉੱਤੇ ਸੁਭਾਏਮਾਨ ਹੈ, ਜਿਸ ਸ਼ਬਦ ਦਾ ਮੂਲ ਪਾਠ ਹੈ, ਤੀਨ ਛੰਦੇ ਖੇਲ ਆਛੈ ਰਹਾਓ। ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ। ਬਾਮਨ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ ਹਾਂਡੀ ਗੋ। ਬਾਣੀਏ ਕੇ ਘਰ ਹੀਂਗ ਆਛੈ, ਭੈਸਰ ਮਾਥੈ ਸੀਂਗ ਗੋ। ਦੇਵਲ ਮੱਧੇ ਲੀਂਗ ਆਛੈ, ਲੀਂਗ ਸੀਂਗ ਹੀਂਗ ਗੋ। ਤੇਲੀ ਕੈ ਘਰ ਤੇਲ ਆਛੈ, ਜੰਗਲ ਮੱਧੇ ਬੇਲ ਗੋ। ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ। ਸੰਤਾਂ ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸਿਆਮ ਗੋ। ਨਾਮੇ ਮੱਧੇ ਰਾਮ ਆਛੈ, ਰਾਮ ਸਿਆਮ ਗੋਬਿੰਦ ਗੋ। ਸਤਿਕਾਰਯੋਗ ਭਗਤ ਬਾਬਾ ਨਾਮਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਰਵਾੜ ਇਲਾਕੇ ਦੇ ਰਹਿਣ ਵਾਲੇ ਨੇ, ਔਰ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਬਹੁਤੀ ਬੋਲੀ ਉਸ ਇਲਾਕੇ ਦੀ ਪ੍ਰਚਲਿਤ ਹੈ। ਦੀਨ ਦੁਨੀਆ ਦੇ ਪਾਤਸ਼ਾਹ ਜਗਤ ਤਾਰਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਚਾਰਕ ਫੇਰੀ ਤੇ ਜਾਂਦੇ ਨੇ, ਤੇ ਯਾਦ ਰਵੇ 15 ਭਗਤ ਸਹਿਬਾਨਾਂ ਦੀ ਅੰਮ੍ਰਿਤਮਈ ਬਾਣੀ ਗੁਰੂ ਨਾਨਕ ਸਾਹਿਬ ਸਤਿਗੁਰੂ ਲੈ ਕੇ ਆਏ। ਜਿੱਥੇ ਜਿੱਥੇ ਕੋਈ ਭਗਤ ਜਨ ਵਸਦਾ ਹੈ, ਭਾਵੇਂ ਉਹ ਪਾਕ ਪਟਨ ਦੀ ਧਰਤੀ ਬਾਬਾ ਫਰੀਦ ਮਹਾਰਾਜ ਦੀ ਹੋਵੇ, ਭਾਵੇਂ ਸਹਿਬਾਨ ਨਗਰ ਵਿੱਚ ਬਾਬਾ ਸਦਨਾ ਜੀ ਵਸਦੇ ਹੋਵਣ, ਤੇ ਭਾਵੇਂ ਬੰਗਾਲ ਦਾ ਇਲਾਕਾ ਹੈ, ਤੇ ਭਾਵੇਂ ਧੂਆਂ ਕਲਾਂ ਹੋਵੇ, ਤੇ ਚਾਹੇ ਨਰਸੀ ਦਾ ਇਲਾਕਾ ਹੋਵੇ, ਜਿੱਥੇ ਸਤਿਕਾਰਯੋਗ ਧੰਨ ਭਗਤ ਬਾਬਾ ਨਾਮਦੇਵ ਮਹਾਰਾਜ ਹੋਏ, ਉੱਥੋਂ ਇਹ ਅੰਮ੍ਰਿਤਮਈ ਬਾਣੀ ਲਿਆਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਨ ਬਿਨ ਉਸ ਬਾਣੀ ਦਾ ਉਤਾਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਕੀਤਾ ਹੈ। ਜਿਹੜਾ ਇਹ ਸਾਰਾ ਸ਼ਬਦ ਹੈ, ਇਸ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਜਾਂ ਸ਼ਬਦ ਦੀ ਵਿਚਾਰਧਾਰਾ ਤੋਂ ਪਹਿਲਾਂ
ਜ਼ਰੂਰੀ ਹੈ ਇਸ ਸ਼ਬਦ ਦੇ ਮੂਲ ਨੂੰ ਸਮਝੀਏ। ਸ਼ਬਦ ਵਿੱਚ ਗੱਲ ਚੱਲਦੀ ਹੈ ਤਿੰਨ ਗੁਣਾਂ ਦੀ। ਧਰਮ ਦੀ ਦੁਨੀਆ ਵਿੱਚ, ਅਧਿਆਤਮ ਦੀ ਦੁਨੀਆ ਵਿੱਚ ਇਹ ਬੜਾ ਵੱਡਾ ਇੱਕ ਪੱਖ ਹੈ ਕਿ ਸਾਰਾ ਸੰਸਾਰ, ਪੂਰਾ ਵਰਲਡ, ਜਿੰਨੇ ਦੁਨੀਆ ਦੇ ਜੀਵ ਜੰਤੂ, ਇਨਸਾਨ, ਮਨੁੱਖ, ਦੇਵੀ ਦੇਵਤੇ, ਪੀਰ ਪੈਗੰਬਰ, ਸ਼ੇਖ, ਮਸਾਇਕ, ਔਲੀਏ, ਨਬੀ, ਅਵਤਾਰ, ਗੌਸ, ਕੁਤਬ, ਜੋ ਦਿਸਦਾ ਹੈ ਤੇ ਜੋ ਅਣ ਦਿਸਦਾ ਹੈ, ਯਾਦ ਰਵੇ ਇਹ ਸਾਰਾ ਕੁਝ ਤਿੰਨ ਗੁਣਾਂ ਦੇ ਵਿੱਚ ਚੱਲਦਾ ਪਿਆ। ਮਹਾਰਾਜ ਨੇ ਪਹਿਲੀ ਤੁਕ ਜਿਹੜੀ ਆਖੀ ਹੈ ਸ਼ਬਦ ਦੀ, ਪਹਿਲੀ ਤੁਕ ਹੀ ਇਸ ਸ਼ਬਦ ਦੀ ਰਹਾਉ ਬੰਦ ਹੈ। ਤੀਨ ਛੰਦੇ ਖੇਲ ਅੱਛ ਹੈ। ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ ਤਿੰਨ ਗੁਣਾਂ ਦੇ ਸੁਭਾਅ ਦਾ ਇੱਕ ਤਮਾਸ਼ਾ ਹੈ। ਅੰਮ੍ਰਿਤਮਈ ਬਾਣੀ ਵਿੱਚ ਇਸ ਜਗਤ ਨੂੰ ਬੜੀ ਵਾਰੀ ਮਹਾਰਾਜ ਤਮਾਸ਼ਾ ਵੀ ਆਖਿਆ, ਇਹਨੂੰ ਧੂਏਂ ਦਾ ਪਹਾੜ ਵੀ ਆਖਿਆ, ਇਹਨੂੰ ਮੱਲ ਅਖਾੜਾ ਵੀ ਆਖਿਆ, ਇਹਨੂੰ ਇੱਕ ਬਾਜੀਗਰ ਦੀ ਖੇਡ ਵੀ ਆਖਿਆ। ਯਾਦ ਰੱਖਿਓ, ਹੈ ਇਹ ਇੱਕ ਤਮਾਸ਼ਾ ਹੀ ਹੈ, ਇੱਕ ਖੇਡ ਹੈ। ਬਸ ਗੱਲ ਹੈ ਵੀ ਜਿਹਨੂੰ ਸਮਝ ਆ ਗਈ ਇਸ ਖੇਡ ਦੀ, ਉਹ ਆਪਣੀ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਜਿਹਨੂੰ ਸਮਝ ਨਹੀਂ ਆਉਂਦੀ ਤਾਂ ਉਹ ਇਸ ਖੇਡ ਦੇ ਵਿੱਚੋਂ ਹਾਰ ਜਾਂਦਾ ਹੈ। ਇਹ ਜਗਤ ਦੀ ਖੇਡ, ਇਹ ਜਗਤ ਦਾ ਇੱਕ ਤਮਾਸ਼ਾ ਹੈ। ਇੱਕ ਬੋਲ ਪਹਿਲਾਂ ਮੈਂ ਕਹਿਣਾ ਜ਼ਰੂਰੀ ਸਮਝਦਾ ਹਾਂ। ਇਸ ਸੰਸਾਰ ਦੀ ਗੱਲ ਆਈ ਤੇ ਗੁਰੂ ਨਾਨਕ ਸਾਹਿਬ ਆਪੂ ਇਹ ਗੱਲ ਕਹਿੰਦੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਾਰਾ ਸੰਸਾਰ ਜਿਹੜਾ ਇਹ ਕੂੜਾ ਹੈ। ਕੀ ਰਾਜਾ ਕੀ ਪਰਜਾ, ਮੁੱਕਦੀ ਗੱਲ ਸਾਰੇ ਸੰਸਾਰ ਨੂੰ ਕੀ ਆਖਿਆ ਵੀ ਇਹ ਕੂੜਾ ਹੈ, ਝੂਠ ਹੈ। ਪਰ ਆਪੇ ਹੀ ਮਹਾਰਾਜ ਇਹ ਵੀ ਗੱਲ ਕਹਿੰਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇਹ ਜਗਤ ਜਿਹੜਾ ਹੈ, ਸੰਸਾਰ ਜਿਹੜਾ ਹੈ, ਇਹ ਸੱਚੇ ਪ੍ਰਭੂ ਦਾ ਘਰ ਹੈ ਤੇ ਸੱਚੇ ਪ੍ਰਭੂ ਦਾ ਇਹਦੇ ਵਿੱਚ ਵਸ ਹੈ। ਉਹਦੇ ਜਿਹਦੇ ਯੂਨੀਵਰਸਲ ਅਸੂਲ ਹੈ, ਉਹਦੇ ਜਿਹੜੇ ਨਿਯਮ ਹੈ, ਜਿਹੜੇ ਭੈ ਵਿੱਚ, ਕਾਦਰ ਦੇ ਭੈ ਵਿੱਚ ਕੁਦਰਤ ਜਿਹੜੀ ਚੱਲ ਰਹੀ ਹੈ, ਭਾਵ ਉਹ ਵਿੱਚ ਵਸਦਾ ਹੈ। ਦੋਵੇਂ ਗੱਲਾਂ ਆਪਸ ਵਿੱਚ ਮੇਲ ਨਹੀਂ ਖਾ ਰਹੀਆਂ। ਇੱਕ ਪਾਸੇ ਕਹਿੰਦੇ ਨੇ ਸੰਸਾਰ ਕੂੜਾ ਹੈ, ਇੱਕ ਪਾਸੇ ਕਹਿੰਦੇ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ। ਧੰਨ ਗੁਰੂ ਨਾਨਕ ਮਾਲਕ ਦੇ ਚਰਨਾਂ ਨੂੰ ਸਿਜਦਾ ਕਰਦਿਆਂ ਪੁੱਛਿਆ, ਦਾਤਾ ਇਹਦੀ ਖੇਡ ਕੀ ਹੈ? ਮਹਾਰਾਜ ਕਹਿੰਦੇ, ਪੁੱਤਰੋ ਹੈ ਤੇ ਇਹ ਜਗਤ ਕੂੜਾ, ਤਮਾਸ਼ਾ ਝੂਠ, ਪਰ ਸੱਚਾ ਪਤਾ ਕਿਉਂ ਹੈ? ਸੱਚਾ ਇਸ ਕਰਕੇ ਵੇ ਕਿ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ ਤੇਰੇ ਤੋਂ ਬਿਨਾ ਕੂੜਾ ਏ, ਤੇਰੇ ਨਾਲ ਕੂੜਾ ਨਹੀਂ। ਸੌਖੀ ਜੀ ਉਦਾਹਰਨ ਕਹਿ ਦਿਆਂ, ਇੱਕ ਡੱਬੇ ਵਿੱਚ ਗੰਦਗੀ ਵਾਲੀ ਮੱਖੀ ਨੂੰ ਪਾ ਕੇ ਉਹਦੇ ਉੱਤੇ ਮਿੱਠਾ ਸ਼ਹਿਦ ਪਾ ਦਿਓ ਨਾ, ਉਹ ਮਰ ਜਾਏਗੀ। ਇੱਕ ਡੱਬੇ ਵਿੱਚ ਸ਼ਹਿਦ ਦੀ ਮੱਖੀ ਨੂੰ ਪਾ ਕੇ ਉੱਤੇ ਸ਼ਹਿਦ ਪਾ ਦਿਓ, ਮਰੇਗੀ ਨਹੀਂ, ਕਿਉਂਕਿ ਉਹਦੀ ਆਪਣੀ ਪੈਦਾਇਸ਼ ਹੈ, ਉਹਨੇ ਸ਼ਹਿਦ ਪੈਦਾ ਕੀਤਾ, ਉਹ ਸ਼ਹਿਦ 'ਚ ਰਹਿੰਦੀ ਹੈ। ਸੰਸਾਰ ਵਿੱਚ ਰਹਿੰਦੇ ਆ ਭਾਵੇਂ ਇਨਸਾਨ ਕਿੱਥੇ ਵੀ ਵਸਦਾ ਹੈ, ਸੰਸਾਰ ਵਿੱਚ ਰਹਿੰਦਿਆਂ ਇਨਸਾਨ ਕਿਤੇ ਵੀ ਵਸਦਾ ਹੈ, ਪਰ ਉਹ ਪਰਮੇਸ਼ਰ ਨੂੰ ਨਾ ਭੁੱਲੇ ਤੇ ਤਿੰਨ ਗੁਣਾਂ ਦੀ ਸਮਝ ਆਉਣੀ ਅਤ ਦੀ ਲਾਜ਼ਮੀ ਹੈ। ਰਹਿਣਾ ਸੰਸਾਰ 'ਚ, ਪਰ ਇਹਨਾਂ ਤਿੰਨ ਗੁਣਾਂ ਦਾ ਪੱਖ ਮਹਾਰਾਜ ਕੀ ਆਖਿਆ? ਆਨੰਦ ਸਾਹਿਬ ਦੀ ਬਾਣੀ ਜਦੋਂ ਰੋਜ਼ ਪੜ੍ਹਦੇ ਆ ਨਾ, ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰੈਣ ਵਿਹਾਣੀ। ਤਿੰਨ ਗੁਣਾਂ ਦੇ ਵਿੱਚ ਇਹ ਸਾਰਾ ਸੰਸਾਰ ਸੁੱਤਾ ਪਿਆ ਹੈ, ਭਰਮ ਵਿੱਚ ਡੁੱਬਦਾ ਹੋਇਆ ਸੁੱਤਾ ਪਿਆ, ਤੇ ਸੁੱਤਿਆਂ ਜ਼ਿੰਦਗੀ ਦੀ ਰਾਤ ਮੁੱਕਦੀ ਚੱਲੀ ਹੈ। ਤਿੰਨ ਗੁਣ ਹੈਣ ਕਿਹੜੇ? ਤੇ ਬਾਬਾ ਜੀ ਕਹਿੰਦੇ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਈ ਹੈ, ਇਹ ਤੇਰੀ ਸਭ ਮਾਇਆ। ਰਜੋ ਗੁਣ ਹੋਣਾ,
ਤਮੋ ਗੁਣੀ ਹੋਣਾ ਤੇ ਸਤੋ ਗੁਣੀ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ ਤਿੰਨ ਗੁਣ ਹੈ, ਇੱਕ ਪਰਮਾਤਮਾ, ਦੂਜੀ ਮਾਇਆ। ਅਸੀਂ ਸਾਰੇ ਮਾਇਆ ਦੇ ਭਰਮ ਵਿੱਚ ਆ, ਜਿੰਨਾ ਸੰਸਾਰ ਵਸਦਾ ਪਿਆ। ਸਤਿਗੁਰੂ ਕਹਿੰਦੇ ਨੇ ਦੇਵੀ ਦੇਵਤੇ, ਰਿਸ਼ੀ ਮੁਨੀ ਸਾਰੇ ਮਾਇਆ ਦੇ ਬੰਧਨ ਵਿੱਚ ਬੰਧੇ ਪਏ ਆ। 6 ਜਤੀਆਂ ਦੀ ਗੱਲ ਆਏਗੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ 6 ਜਤੀ ਮਾਇਆ ਕੇ ਬੰਦਾ। 6 ਦੇ 6 ਜਤੀ ਮਾਇਆ ਦੇ ਬੰਧਨ ਵਿੱਚ ਬੱਝੇ ਪਏ। ਸਰਪਣੀ ਤੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਾਂ ਦੇਵ ਛਲਿਆ। ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹ ਤਾਂ ਦੇਵੀ ਦੇਵਤਿਆਂ ਤੇ ਵੀ ਹੈ। ਇਸ ਲਈ ਤਿੰਨ ਗੁਣਾਂ ਦੀ ਬੜੀ ਵੱਡੀ ਖੇਡ ਹੈ। ਪਰ ਮਹਾਰਾਜ ਨੇ ਆਖਿਆ ਵੀ ਮੈਨੂੰ ਪਿਆਰ ਕਰਨ ਵਾਲੇ ਗੁਰਸਿੱਖ ਦੀ ਮੰਜ਼ਿਲ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਹੋਣਾ ਨਹੀਂ ਹੈ। ਮਹਾਰਾਜ ਫਿਰ ਸਿੱਖ ਕਿੱਥੇ ਆਪਣੇ? ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਹਨਾਂ ਤਿੰਨਾਂ ਗੁਣਾਂ ਤੋਂ ਅਗਲੀ ਮੰਜ਼ਿਲ ਹੈ ਚੌਥਾ ਪਦ। ਇੱਕ ਅਵਸਥਾ ਰਹਿ ਸੰਸਾਰ 'ਚ ਹੀ ਰਿਹਾ, ਜਿਉਂਦਾ ਆਮ ਮਨੁੱਖਾਂ ਵਾਂਗ ਹੈ। ਪ੍ਰਸ਼ਾਦਾ ਪਾਣੀ ਛਕਦਾ, ਤਨ ਤੇ ਵਸਤਰ ਪਹਿਨ ਦਾ, ਆਮ ਜ਼ਿੰਦਗੀ ਹੈ। ਪਰ ਅੰਦਰ ਦੇ ਜੀਵਨ ਦੀ ਇੱਕ ਅਵਸਥਾ ਹੈ। ਥੋੜਾ ਜਿਹਾ ਇਹਨੂੰ ਵਿਚਾਰੀਏ, ਇਹ ਤਿੰਨ ਗੁਣ ਕੀ ਨੇ? ਜਾਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਕਰੋੜਾਂ ਲੋਕ ਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਰਜੋ ਤਮੋ ਤੇ ਸਤੋ ਗੁਣਾਂ ਦੇ ਵਿੱਚ ਡੁੱਬੇ ਪਏ ਨੇ।